ਐਵੇਂ ਹੌਲੀ 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 ਕਰਕੇ ਉਹ ਸਕੂਲਾਂ 'ਚੋਂ ਹੀ ਅਸੀਂ ਬੱਚੇ ਲਏ ਜਿਨ੍ਹਾਂ ਸਕੂਲਾਂ 'ਚ ਅਸੀਂ ਪੜ੍ਹਦੇ ਸੀ। ਜਿਨ੍ਹਾਂ ਸਕੂਲਾਂ 'ਚ ਮੋਟੀਵੇਸ਼ਨ ਦੀ ਬਹੁਤ ਕਮੀ ਹੈ। ਫਿਰ ਕਰਦੇ ਕਰਦੇ ਅਸੀਂ 2-4 ਸਾਲ 'ਚ ਇਹ ਜਿਹੜਾ ਜਾਣਿਆ ਜਾਂ ਕਹਿ ਲਓ ਸਾਨੂੰ ਨੌਲੇਜ ਆਇਆ ਕਿ ਇੱਥੇ ਤਾਂ ਡਰੋਪ ਆਊਟ ਰੇਟ ਬਹੁਤ ਜ਼ਿਆਦਾ। ਕਿਉਂ ਸਾਡੀ ਸਟਰੈਂਥ ਹੈ, ਉਹ ਸਾਡਾ ਜੀਵਨ ਹੈ ਅਸਲ 'ਚ, ਜਿਹਦੇ ਤੋਂ ਜਿਹੜੀ ਸਾਡੇ ਕੋਲੇ ਇੱਕ ਤਰ੍ਹਾਂ ਦੀ ਮੈਮੋਰੀ ਦੇ ਵਿੱਚ ਫਰੈਸ਼ ਪਿਆ ਅਤੇ ਜਦੋਂ ਮਰਜ਼ੀ ਉਹਨੂੰ ਅਸੀਂ ਵਰਤ ਕੇ ਕੋਈ ਵੀ ਕੰਮ ਆਵੇ ਉਹਦੇ ਨਾਲ ਨਹੀਂ ਯਾਰ ਇਹ ਹੋ ਜਾਏਗਾ, ਉਹ ਹੌਸਲਾ ਹੈ ਸਾਡੇ ਲਈ, ਉਹ ਵਰਤ ਹੈ। ਕਿਉਂਕਿ ਸਾਰੇ ਪਿੰਡ ਦੇ ਮੁੰਡੇ ਜਿਹੜੇ ਸਕੂਲੋਂ ਆ ਕੇ ਕਾਲਜ ਤੋਂ ਆ ਕੇ ਇੱਦਾਂ ਜਿਹੜੇ ਪੜ੍ਹਦੇ ਸੀ ਉਹ ਡੰਗਰ ਚਾਰਨ ਜਾਂਦੇ ਸੀਗੇ। ਇਸ ਹਾਦਸੇ ਨੇ ਇੱਕ ਤਰ੍ਹਾਂ ਦਾ ਮੈਨੂੰ ਮੇਰਾ ਥੋਟ ਜਾਂ ਮੇਰਾ ਸਾਈਕੋਲੋਜੀਕਲ ਜਿਹੜਾ ਕਹਿ ਲਓ ਇੱਕ कंस्ट्रक्शन है लाइफ दैट टोटली चेंज मी। स्वागत है आपका चैनल 7 में। मैं हूं आपके साथ शिखा शर्मा। कहते हैं कि पुलिस जो होती है वो जनता के लिए होती है, पर आज के टाइम में जनता के मन में कहीं ना कहीं पुलिस को लेकर एक डर है कि कहीं ना कहीं जो भ्रष्टाचार पुलिस वाले करते हैं उसको लेकर जनता के मन में एक डर है। पर वैसे ही एक शख्स हमारे साथ मौजूद है, इंस्पेक्टर चंडीगढ़ के रामदयाल जी। वो एक ऐसे इंस्पेक्टर है जो भ्रष्टाचार तो दूर की बात, वो अपनी जेब से ही ना जाने कितने बच्चों को पढ़ाते हैं, उनका भविष्य सुधार रहे हैं। रामदयाल जी से बात करने से पहले हम उन बच्चों से सुनते हैं कि वो रामदयाल जी के बारे में क्या कहते हैं। श्री रामदयाल जी जो कि ਅੱਜ ਕੱਲ੍ਹ ਸਮਾਜ ਭਲਾਈ ਦੇ ਵਿੱਚ ਯੋਗਦਾਨ ਪਾ ਰਹੇ ਹਨ। ਉਹਨਾਂ ਨੇ ਸਰਕਾਰੀ ਵਿਭਾਗਾਂ ਦੇ ਵਿੱਚ ਵਿਦਿਆਰਥੀਆਂ ਨੂੰ ਮੁਫਤ ਕਿੱਟਾਂ, ਕਾਪੀਆਂ ਜਾਂ ਪੜ੍ਹਾਈ ਲਈ ਹੋਰ ਸਮੱਗਰੀ ਆਦਿ ਪ੍ਰਦਾਨ ਕਰਦੇ ਹਨ। ਬੱਚਿਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਲਈ ਕੁਇਜ਼ ਮੁਕਾਬਲੇ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਜੇਤੂ ਵਿਦਿਆਰਥੀਆਂ ਨੂੰ ਟਰੋਫੀ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਟੂਰ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਕਾਪੀਆਂ ਅਤੇ ਪੈਨ ਦਿੱਤੇ ਗਏ। ਇਸ ਟੂਰ ਦੁਆਰਾ ਬੱਚਿਆਂ ਦੇ ਗਿਆਨ ਵਿੱਚ ਬਹੁਤ ਹੀ ਵਾਧਾ ਹੋਇਆ। ਬੱਚਿਆਂ ਨੂੰ ਸਟੇਸ਼ਨਰੀ, ਮਾਸਕ ਅਤੇ ਪੱਗਾਂ ਵੀ ਮੁਹੱਈਆ ਕਰਵਾਈਆਂ ਗਈਆਂ। ਟੂਰ ਦੌਰਾਨ ਬੱਚਿਆਂ ਨੂੰ ਸ਼ਹੀਦਾਂ ਦੇ ਜੀਵਨ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਇਸ ਸੁਸਾਇਟੀ ਵੱਲੋਂ ਸਾਡੇ ਤੋਂ ਸੀਨੀਅਰ ਵਿਦਿਆਰਥੀਆਂ ਨੂੰ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਹਾਈ ਕੋਰਟ, ਵਿਧਾਨ ਸਭਾ ਵਿੱਚ ਵਿਜ਼ਿਟ ਕਰਵਾਈ ਗਈ। ਸਕੂਲ ਦੇ ਵਿਦਿਆਰਥੀਆਂ ਨੂੰ ਖਟਕੜ ਕਲਾਂ ਦੀ ਯਾਤਰਾ, ਸਕੂਲੀ ਬੈਗ, ਕਾਪੀਆਂ, ਪੈਨ ਹੋਰ ਸਮੱਗਰੀ ਦੇ ਕੇ ਉਹਨਾਂ ਵੱਲੋਂ ਸ਼ਲਾਘਾਯੋਗ ਕਾਰਜ ਕੀਤੇ जा रहे हैं। रामदयाल जी, आपका चैनल 7 पे स्वागत है। तो अपने बचपन के बारे में बताइए, आपका बचपन क्या था, बचपन की कुछ यादें जो आपकी हो। ਬਚਪਨ ਜੀ ਮੇਰਾ ਬੜਾ ਗਰੀਬੀ 'ਚ ਨਿਕਲਿਆ ਔਰ ਮੈਂ ਪਿੰਡ 'ਚ ਪਲਿਆ। ਹੁਸ਼ਿਆਰਪੁਰ ਦਾ ਹੁਕੜਾ ਪਿੰਡ ਆ, ਬੜਾ ਇੰਟੀਰੀਅਰ 'ਚ ਹੈਗਾ। ਅਤੇ ਬਚਪਨ ਦੀਆਂ ਯਾਦਾਂ ਤੁਸੀਂ ਪੁੱਛੀਆਂ ਨੇ ਤਾਂ ਅਸੀਂ ਸਕੂਲੇ ਜਾਣ ਤੋਂ ਪਹਿਲਾਂ ਨਾ ਪਿੰਡਾਂ ਦੇ ਵਿੱਚ ਬਾਲਣ ਦੀ ਬੜੀ ਲੋੜ ਹੁੰਦੀ ਆ ਅਤੇ ਉਹਨਾਂ ਦਿਨਾਂ ਦੀ ਗੱਲ ਹੈ, ਮੈਂ 54 ਸਾਲ ਦਾ ਹੋ ਗਿਆ ਅੱਜ, ਅਤੇ ਜੁੰਡੇ ਚੁਗਣ ਜਾਣਾ ਪੈਂਦਾ ਸੀ ਸਾਨੂੰ। ਉਹ ਛੱਲੀਆਂ ਜਦੋਂ ਵੱਢ ਲੈਂਦੇ ਨਾ ਅਤੇ ਉਹ ਜੁੰਡੇ ਚੁੱਕ ਕੇ ਲਿਆਉਣੇ, ਪਹਿਲਾਂ ਪਰ ਘਰੇ ਉਹ ਝਾੜ ਕੇ ਜਾਣਾ ਅਤੇ ਫਿਰ ਸਕੂਲ ਜਾਣਾ। ਆ ਕੇ ਉਸ ਤੋਂ ਬਾਅਦ ਸਾਡੇ ਇੱਕ ਮਤਲਬ ਮੱਝ ਸੀਗੀ ਸਾਡੀ ਇੱਕ ਰੱਖੀ ਹੋਈ, ਸਾਡੇ ਪੇਰੈਂਟਸ ਨੇ, ਉਹਨੂੰ ਚਾਰਨ ਜਾਣਾ। ਕਿਉਂਕਿ ਸਾਰੇ ਪਿੰਡ ਦੇ ਮੁੰਡੇ ਜਿਹੜੇ ਸਕੂਲੋਂ ਆ ਕੇ ਕਾਲਜ ਤੋਂ ਆ ਕੇ ਇੱਦਾਂ ਜਿਹੜੇ ਪੜ੍ਹਦੇ ਸੀ ਉਹ ਡੰਗਰ ਚਾਰਨ ਜਾਂਦੇ ਸੀਗੇ। ਅਤੇ ਸਾਰੇ ਖੇਤਾਂ ਦੇ ਵਿੱਚ ਜਿਹੜਾ ਸਾਡੇ ਪਿੰਡਾਂ ਦੀਆਂ ਸ਼ਾਮਲਾਤਾਂ ਹੁੰਦੀਆਂ ਵੱਡੀਆਂ, ਉਹ ਡੰਗਰ ਚਾਰ ਕੇ ਲਿਆਉਣੇ। ਇਹ ਰਿਹਾ ਬਚਪਨ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਜਾਂ ਇੱਦਾਂ ਦੀਆਂ ਯਾਦਾਂ ਪਈਆਂ ਨੇ ਜਿਹਨੂੰ ਆਪਾਂ ਜ਼ਿਆਦਾ ਫਰੋਲਣ ਲੱਗੀਏ ਤਾਂ ਬਹੁਤ ਵੱਡਾ ਇੱਕ ਸਿਸਟਮ ਹੈ ਕਿ ਜਿਹਨੂੰ ਗਰੀਬੀ ਦਾ ਸਿਸਟਮ ਕਿਹਾ ਜਾ ਸਕਦਾ। ਔਰ ਗਰੀਬ ਬੰਦਾ ਜੋ ਔੜ ਪੌੜ ਕਰ ਸਕਦਾ ਹੈ ਆਪਣੀ, ਉਹਦੇ ਲਈ ਦਿਨਚਰਿਆ ਲਈ ਜਾਂ ਆਪਣੀ ਲਾਈਫ ਨੂੰ ਸਟਰੀਮਲਾਈਨ ਕਰਨ ਲਈ, ਉਹ ਸਾਰਾ ਕੁਛ ਸਾਨੂੰ ਕਰਨਾ ਪਿਆ ਸੀ। 3 ਭਰਾ, 2 ਭਰਾ ਮੇਰੇ ਤੋਂ ਵੱਡੇ ਨੇ, ਹੁਣ ਤਾਂ ਉਹ ਰਿਟਾਇਰ ਵੀ ਹੋ ਗਏ ਨੇ। ਸਭ ਤੋਂ ਵੱਡੇ ਵਾਲੇ ਬ੍ਰਦਰ DIG BSF 'ਚੋਂ DIG ਸਾਹਿਬ ਰਿਟਾਇਰ ਹੋਏ ਨੇ ਉਹ, ਅਤੇ ਉਹਨਾਂ ਤੋਂ ਛੋਟੇ ਸੀਗੇ ਉਹ ਅਸਿਸਟੈਂਟ ਕਮਿਸ਼ਨਰ ਰਿਟਾਇਰ ਹੋਏ ਨੇ ਨਵੋਦਿਆ 'ਚੋਂ ਹੁਣੇ ਹੀ। ਮੈਂ ਛੋਟਾ ਸੀ ਸਭ ਤੋਂ। ਪਰ ਇਹ ਜਿਹੜੀਆਂ ਬਚਪਨ ਦੀਆਂ ਗੱਲਾਂ ਆ ਜਿਨ੍ਹਾਂ ਵਿੱਚੋਂ ਅਸੀਂ ਲੰਘੇ ਹਾਂ, ਜਿਨ੍ਹਾਂ ਵਿੱਚੋਂ ਸਪੈਸ਼ਲੀ ਮੈਂ ਤਾਂ ਆਪਣੀ ਭੁਗਤ ਗਿਆਨ ਨੂੰ ਦੱਸਦਾ ਕਿ ਉਹ ਸਾਡੀ ਸਟਰੈਂਥ ਹੈ, ਉਹ ਸਾਡਾ ਜੀਵਨ ਹੈ ਅਸਲ 'ਚ, ਜਿਹਦੇ ਤੋਂ ਜਿਹੜੀ ਸਾਡੇ ਕੋਲੇ ਇੱਕ ਤਰ੍ਹਾਂ ਦੀ ਮੈਮੋਰੀ ਦੇ ਵਿੱਚ ਫਰੈਸ਼ ਪਿਆ ਅਤੇ ਜਦੋਂ ਮਰਜ਼ੀ ਉਹਨੂੰ ਅਸੀਂ ਵਰਤ ਕੇ ਕੋਈ ਵੀ ਕੰਮ ਆਵੇ ਉਹਦੇ ਨਾਲ ਨਹੀਂ ਯਾਰ ਇਹ ਹੋ ਜਾਏਗਾ, ਉਹ ਹੌਸਲਾ ਹੈ ਸਾਡੇ ਲਈ, ਉਹ ਵਰਤ ਹੈ।
आपने बताया आपके 2 बड़े भाई भी थे, और जिस जैसे आप गरीब परिवार से हो तो 2 बड़े भाई वो ऑलरेडी पढ़ाई कर रहे हैं, तो कहीं ना कहीं छोटे भाई को ही होता है कि यार चलो वो पढ़ाई कर रहे थे या मैं काम कर लेता हूँ, या कहीं ना कहीं कि माँ बाप की तरफ से पूरा सपोर्ट था कि नहीं तुम भी पढ़ाई करो, तुम तीनों पढ़ाई करो, हम तुम्हारे साथ हैं। ਬਿਲਕੁਲ ਬਿਲਕੁਲ ਇਹ ਗੱਲ ਤੁਹਾਡੀ ਜਿਹੜੀ ਬਹੁਤ ਟੈਕਨੀਕਲ ਹੈ ਕਿ ਜਦੋਂ ਪਰਿਵਾਰ ਦਾ ਵੱਡਾ ਬੱਚਾ ਜਿਹੜਾ ਨਾ ਉਹ ਜਿਸ ਕੰਮ ਲਈ ਜਾ ਰਿਹਾ, ਮੋਸਟਲੀ ਛੋਟੇ ਬੱਚੇ ਜਿਹੜੇ ਉੱਧਰ ਹੀ ਜਾਂਦੇ, ਤੇ ਸਾਡੇ ਵੱਡੇ ਬ੍ਰਦਰ ਜਿਹੜੇ ਸੀਗੇ ਉਹ ਬਹੁਤ ਇੰਟੈਲੀਜੈਂਟ ਸੀਗੇ, ਹੁਸ਼ਿਆਰ ਸੀ ਪੜ੍ਹਨ 'ਚ, ਤੇ ਉਹਨਾਂ ਨੇ ਉਹਨਾਂ ਦਿਨਾਂ ਦੇ ਵਿੱਚ ਇਹ ਗੱਲ ਹੈਗੀ ਆ ਕੋਈ 70 ਦੇ ਵਿੱਚ ਉਹਨਾਂ ਨੇ MA ਕੀਤੀ, ਉਹ ਵੀ ਪਿੰਡ 'ਚ ਰਹਿ ਕੇ ਸਾਈਕਲ 'ਤੇ ਜਾਂਦੇ ਸੀ 16-17 ਕਿਲੋਮੀਟਰ ਹੁਸ਼ਿਆਰਪੁਰ ਸ਼ਹਿਰ ਜਿਹੜਾ ਦੂਰ ਹੈ, ਔਰ ਇੰਗਲਿਸ਼ ਦੀ MA ਕੀਤੀ। ਸਬਜੈਕਟ ਵੀ ਉਹਨਾਂ ਦਾ ਜਦ ਕਿ ਪੰਜਾਬ ਦੇ ਵਿੱਚ ਤੁਸੀਂ 2 ਸਬਜੈਕਟਾਂ ਤੋਂ ਬਹੁਤ ਲੋਕ ਡਰਦੇ ਆ, ਇੱਕ ਤਾਂ ਕਹਿ ਲਓ ਕਿ ਮੈਥਮੈਟਿਕਸ ਤੋਂ ਬੜਾ ਡਰ ਲੱਗਦਾ ਆਮ, ਤੇ ਅੰਗਰੇਜ਼ੀ ਤੋਂ ਤਾਂ ਬੜਾ ਡਰ ਲੱਗਦਾ, ਤੇ ਤੁਸੀਂ ਭਗਵੰਤ ਮਾਨ ਸਾਹਿਬ ਦੀਆਂ ਕਈ ਸੁਣੀਆਂ ਵੀ ਹੋਣੀਆਂ ਅੰਗਰੇਜ਼ੀ ਦਾ, ਤੇ ਉਹ ਬਹੁਤ ਇੰਟੈਲੀਜੈਂਟ ਹੋਣ ਕਰਕੇ ਪਲੱਸ ਲੋਕ ਉਹਨਾਂ ਨੂੰ ਸਪੋਰਟ ਕਰਦੇ ਸੀ, ਕਹਿ ਲਓ ਸਪੋਰਟ ਇਨ ਦਾ ਸੈਂਸ ਕਿ ਪਿੰਡ ਦੇ ਜਿਹੜੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਸੀਗੇ ਉਦੋਂ, ਬੜਾ ਹੁਣ ਤਾਂ ਉਹ ਨਹੀਂ ਹੈਗੇ, ਪਿਛਲੇ 20-25 ਸਾਲ ਪਹਿਲਾਂ ਉਹਨਾਂ ਦੀ ਡੈਥ ਹੋ ਗਈ, ਤੇ ਉਹ ਐਵੇਂ ਕਿ ਬੱਚਾ ਹੁਸ਼ਿਆਰ ਹੈ, ਇਹਨੂੰ ਆਪਾਂ ਸਪੋਰਟ ਕਰੀਏ। ਉਹਨਾਂ ਨੇ ਛੁੱਟੀਆਂ ਦੇ ਵਿੱਚ ਉਹਨਾਂ ਨੂੰ ਟਾਈਪਿੰਗ ਸਿੱਖਣ ਲਾ ਦੇਣਾ ਜਾਂ ਐਵੇਂ ਦਾ ਐਡਵਾਈਸ ਦੇ ਦੇਣਾ, ਤੇ ਉਹਨਾਂ ਨੂੰ ਦੇਖ ਦੇਖ ਕੇ ਮੈਂ ਪੜ੍ਹਿਆ। ਰਿਐਲਿਟੀ ਦੇ ਵਿੱਚ ਉਹਨਾਂ ਦਾ ਜਦੋਂ ਮੈਂ ਕਾਲਜ ਗਿਆ ਤੇ ਉਹਨਾਂ ਨੇ ਇੱਕ ਰੀਡਰ ਡਾਈਜੈਸਟ ਬੁੱਕ ਹੈ, ਇੰਡੀਆ 'ਚ ਬੜੀ ਮਸ਼ਹੂਰ ਬੁੱਕ ਹੈ, ਰੀਡਰ ਡਾਈਜੈਸਟ ਮੰਥਲੀ ਸਬਸਕ੍ਰਿਪਸ਼ਨ ਲਾਈ ਹੋਈ ਸੀ, ਉਹ ਸਾਡੇ ਘਰ ਆਉਂਦੀ ਸੀ। ਸਾਡੇ ਘਰ ਇੰਪਲੋਇਮੈਂਟ ਨਿਊਜ਼ ਆਉਂਦਾ ਸੀਗਾ, ਤੇ ਪਿੰਡ ਸਾਡਾ ਬਹੁਤ ਛੋਟਾ ਜਿਹਾ, ਕੋਈ ਵੱਡਾ ਪਿੰਡ ਨਹੀਂ ਹੈਗਾ, ਤੇ ਡਾਕ ਜਾਂ ਡਾਕੀਆ ਸਾਡੇ ਘਰ ਜ਼ਿਆਦਾ ਆਉਂਦਾ ਹੁੰਦਾ ਸੀ, ਜਦ ਕਿ ਸਾਡਾ ਘਰ ਵੀ ਮਤਲਬ, ਬਟ ਉਹਨਾਂ ਨੇ ਇੰਨਾ ਇੱਕ ਸਰਕਲ ਬਣਾਇਆ ਸੀਗਾ, ਤੇ ਉਹਨਾਂ ਨੂੰ ਦੇਖ ਦੇਖ ਕੇ ਮੇਰੇ ਤੋਂ ਜਿਹੜੇ ਵੱਡੇ ਬ੍ਰਦਰ ਉਹ ਵੀ ਪੜ੍ਹੇ, ਮੈਂ ਵੀ ਉਹਨਾਂ ਨੂੰ ਦੇਖ ਦੇਖ ਕੇ ਪੜ੍ਹਿਆ। ਅਸੀਂ ਉਨੇ ਹੁਸ਼ਿਆਰ ਤਾਂ ਮੈਂ ਨਹੀਂ ਸੀ ਉਹਨਾਂ ਜਿੰਨਾ, ਬਟ ਉਹ ਇੱਕ ਪਾਥ ਮੇਕ ਕਰ ਰਹੇ ਸਾਡੀ, ਉਹਨਾਂ ਨੂੰ ਦੇਖ ਕੇ ਸਾਡੀ ਐਜੂਕੇਸ਼ਨ ਪੂਰੀ। सर आप UNO भी गए, तो वहाँ की पुलिस में और इंडिया की पुलिस में आपको क्या डिफरेंस लगा? ਹਾਂ, ਮੈਂ ਐਜੂਕੇਸ਼ਨ ਤੋਂ ਬਾਅਦ ਇੱਥੇ ASA ਭਰਤੀ ਹੋਇਆ ਚੰਡੀਗੜ੍ਹ ਪੁਲਿਸ, ਤੇ ਫਿਰ ਮੈਂ 98 ਦੇ ਵਿੱਚ 1998 ਵਿੱਚ ਸਿਲੈਕਟ ਹੋ ਗਿਆ ਸੀਗਾ ਪੀਸ ਕੀਪਿੰਗ ਜਿਹਨੂੰ ਕਹਿ ਲਓ, ਯੂਨਾਈਟਿਡ ਨੇਸ਼ਨ ਮਿਸ਼ਨ ਇਨ ਕੋਸੋਵੋ। ਉਨ ਤੋਂ ਜਾ ਕੇ ਸਾਨੂੰ ਉੱਥੇ ਪਤਾ ਲੱਗਿਆ, ਬਟ ਸਿਲੈਕਸ਼ਨ ਦਿੱਲੀ ਹੋਈ ਸੀ, UNO ਤੋਂ ਟੀਮ ਆਈ, ਤੇ ਉੱਥੇ ਅਸੀਂ ਰੀਅਲ ਪੁਲਿਸਿੰਗ ਕੀਤੀ। ਕੋਸੋਵੋ ਇੱਕ ਪਾਰਟ ਹੈ ਯੂਗੋਸਲਾਵੀਆ ਦਾ, ਪੁਰਾਣਾ ਯੂਗੋਸਲਾਵੀਆ ਤਾਂ ਹੁਣ ਕੰਟਰੀ ਨਹੀਂ ਹੈ ਕੋਈ ਵੀ, ਬਟ ਉੱਥੇ ਕੀ ਹੈ, ਸਰਬੀਅਨ ਅਤੇ ਅਲਬੇਨੀਅਨ ਦੇ ਆਪਸ ਦੇ ਵਿੱਚ ਬਹੁਤ ਜ਼ਿਆਦਾ ਡਿਸਪਿਊਟ ਸੀਗਾ, ਔਰ ਉਦੋਂ ਉਹ ਸਰਬੀਆ ਦੇ ਅੰਡਰ ਸੀਗਾ ਉਹ ਏਰੀਆ ਜਿਹੜਾ ਕੋਸੋਵੋ ਸੀ। ਨਾਓ ਇਟ ਇਜ਼ ਅ ਕੰਟਰੀ ਇਨ ਦਾ ਵਰਲਡ, ਐਂਡ ਜਦੋਂ ਉਹ ਲੜਾਈ ਜਾਂ ਉਹਨਾਂ ਦਾ ਪੂਰਾ ਜਿਹੜਾ ਡਿਸਪਿਊਟ ਸੀਗਾ, ਜਾਂ ਉਹਨਾਂ ਦੇ ਰੇਸਿਸ ਜਿਹੜੇ ਆਪਸ ਝਗੜੇ ਸੀਗੇ, ਉਹ ਇੰਨੇ ਜ਼ਿਆਦਾ ਹਾਈ 'ਤੇ ਸੀਗੇ ਕਿ UN ਨੂੰ, ਯੂਨਾਈਟਿਡ ਨੇਸ਼ਨ ਨੂੰ ਇੰਟੈਰਮ ਐਡਮਿਨਿਸਟ੍ਰੇਸ਼ਨ ਮਿਸ਼ਨ ਆਕੂਪਾਈ ਕਰਨਾ ਪਿਆ। ਉੱਥੇ ਦੀ ਗਵਰਨਮੈਂਟ ਨੂੰ ਹਟਾ ਦਿੱਤਾ, ਤੇ ਐਡਮਿਨਿਸਟ੍ਰੇਸ਼ਨ ਸਾਰੀ ਦੀ ਸਾਰੀ, ਚਾਹੇ ਉਹ ਸਿਵਲ ਐਡਮਿਨਿਸਟ੍ਰੇਸ਼ਨ ਸੀ, ਚਾਹੇ ਉਹ ਦੂਸਰੀ ਪੁਲਿਸ ਐਡਮਿਨਿਸਟ੍ਰੇਸ਼ਨ ਸੀ, ਸਾਰੀ ਦੀ ਸਾਰੀ UN ਨੇ ਕੀਤੀ। ਤੇ ਅਸੀਂ ਵੀ ਵਰ ਦਾ ਫਸਟ ਬੈਚ, ਤੇ ਅਸੀਂ ਫਸਟ ਬੈਚ ਦੇ ਵਿੱਚ ਉੱਥੇ ਗਏ, ਔਰ ਫਸਟ ਬੈਚ ਦੇ ਵਿੱਚ ਰੀਅਲ ਪੁਲਿਸਿੰਗ ਅਸੀਂ ਕੀਤੀ। ਤੁਸੀਂ ਬਹੁਤ ਟੈਕਨੀਕਲ ਕੁਐਸਚਨ ਪੁੱਛ ਰਹੇ ਹੋ। ਫਰਕ ਹੈ ਲੋਕਾਂ ਦਾ, ਮੈਂ ਇਹ ਸੋਚਦਾ ਕਿ ਲੋਕਾਂ ਦਾ ਜਿੱਦਾਂ ਦਾ ਸੋਚ ਹੈ, ਲੋਕਾਂ ਦਾ ਜਿੱਦਾਂ ਦਾ ਸਮਾਜ ਹੈ, ਪੁਲਿਸ ਵੀ ਉੱਦਾਂ ਦੀ ਹੁੰਦੀ ਹੈ। ਤੇ ਉੱਥੇ ਦੀ ਪੁਲਿਸਿੰਗ ਦੇ ਵਿੱਚ ਜੋ ਡਿਫਰੈਂਸ ਹੈ ਉਹ ਇਹ ਹੈ ਕਿ ਉੱਥੇ ਫਰੇਬ ਨਾਂ ਦੀ ਕੋਈ ਚੀਜ਼, ਝੂਠ ਨਾਂ ਦਾ, ਸਾਨੂੰ ਪਤਾ ਹੈ ਕਿ ਜਿਹੜੇ ਬੰਦੇ ਨੇ ਸਾਨੂੰ ਦੱਸਣਾ, ਚਾਹੇ ਉਹ ਕ੍ਰਿਮੀਨਲ ਵੀ ਕਿਉਂ ਨਹੀਂ ਹੈ, ਪਹਿਲਾਂ ਤਾਂ ਪੁਲਿਸ ਤੋਂ ਭੱਜਦਾ ਰਹੇਗਾ, ਪਰ ਜਦੋਂ ਉਹ ਪਕੜਿਆ ਜਾਏਗਾ ਉਹ ਸਾਰੀ ਗੱਲ ਉਵੇਂ ਹੀ ਦੱਸੇਗਾ ਜਿਵੇਂ ਹੋ ਗਈ ਸੀ। ਮਤਲਬ ਇਹ ਹੈ ਕਿ ਉੱਥੇ ਦੀ ਪੁਲਿਸਿੰਗ ਇਸ ਕਰਕੇ ਵੀ ਥੋੜ੍ਹੀ ਸਾਡੇ ਨਾਲੋਂ ਵਧੀਆ ਹੈ ਕਿ ਉੱਥੇ ਦੇ ਲੋਕ ਵਧੀਆ ਨੇ, ਪੜ੍ਹੇ ਲਿਖੇ ਨੇ, ਔਰ ਪਲੱਸ ਅਵੇਅਰ ਬਹੁਤ ਹੈ ਉਹ ਲੋਕ, ਜਿਹਨੂੰ ਕਹਿ ਲਓ ਕਿ ਅਵੇਅਰਨੈਸ ਦਾ ਲੈਵਲ, ਜਿਹਨੂੰ ਸਾਈਕੋਲੋਜੀਕਲ ਡਿਵੈਲਪਡ ਲੋਕ ਨੇ। ਔਰ ਇੱਥੇ ਦੀ ਪੁਲਿਸਿੰਗ ਦਾ, ਉੱਥੇ ਦੀ ਪੁਲਿਸਿੰਗ ਦਾ बेसिक सच का फर्क है। सर एक वो हादसा कह लीजिए, मूवमेंट कह लीजिए जिसने आपकी ज़िंदगी को पूरा बदल दिया था, तो कहीं ना कहीं वो हादसा कैसे हुआ, मतलब क्या थोड़ा बता दीजिए। बेसिकली मैं उत्थे यूनाइटेड नेशन जो जॉब करता सीगा ਯੂਗੋਸਲਾਵੀਆ, तो उत्थे छुट्टी बड़ी मिलती सी। छुट्टी ਦੇ ਵਿੱਚ ਘੁੰਮਣ ਗਿਆ ਹੋਇਆ ਸੀ ਮੈਂ ਜਰਮਨੀ ਦੇ ਵਿੱਚ। ਮੈਂ ਪਹਿਲਾਂ ਕਈ ਕੰਟਰੀਆਂ 'ਚ ਉੱਥੇ ਘੁੰਮ ਕੇ ਆਇਆ, ਕਿਉਂਕਿ ਮੈਂ ਹੁਸ਼ਿਆਰਪੁਰ ਨੂੰ ਬਿਲੋਂਗ ਕਰਦਾ। ਹੁਸ਼ਿਆਰਪੁਰ ਦੇ ਨਵਾਂ ਸ਼ਹਿਰ ਦੇ ਇਸ ਦੁਆਬੇ ਦੇ ਲੋਕ ਫੋਰਨ ਬਹੁਤ ਹੈ, ਸੈਟਲਡ ਹੈ। ਉਹਨਾਂ ਦੇ 2-2 3-3 ਪੁਸ਼ਤਾਂ ਹੋ ਗਈਆਂ ਉੱਥੇ ਸੈਟਲ ਹੋਇਆ ਨੂੰ। ਅਤੇ ਉਹ ਫਿਰ ਤੁਹਾਡੇ ਪਿੰਡਾਂ ਦੇ ਲੋਕ ਗਏ ਜਿਹੜੇ ਤੁਹਾਡੇ ਨਾਲ ਪੜ੍ਹੇ ਆ ਜਾਂ ਤੁਹਾਡੇ ਨਾਲ ਉਹ ਗਏ ਹੋਏ, ਉਹਨਾਂ ਨੂੰ ਇਨਵਾਈਟ ਕਰਦੇ ਰਹਿੰਦੇ ਸੀ, ਕਦੀ
ਜਰਮਨੀ ਚਲ ਗਏ, ਕਦੀ ਆਸਟਰੀਆ ਚਲ ਗਏ, ਕਦੀ ਇੰਗਲੈਂਡ ਚਲ ਗਏ। ਤਾਂ ਇਟ ਵਾਜ਼ ਮਾਈ 5th ਲੀਵ ਔਰ ਮੈਂ ਜਰਮਨੀ 'ਚ ਗਿਆ ਹੋਇਆ ਸੀਗਾ। ਉੱਥੇ ਟ੍ਰੇਨ ਐਕਸੀਡੈਂਟ ਮੇਰਾ ਹੋ ਗਿਆ ਸੀਗਾ। ਫਰੈਂਕਫਰਟ ਸਿਟੀ ਆ ਜਰਮਨ ਦਾ, ਔਰ ਸੈਂਟਰਲ ਮਾਰਕੀਟ ਦੇ ਵਿੱਚ ਇੱਕ ਜਿਹੜਾ ਅੰਡਰਗਰਾਊਂਡ ਰੇਲਵੇ ਸਟੇਸ਼ਨ ਹੈ। ਆਈ ਵਾਜ਼ ਟੂ ਬੋਰਡ ਦਾ ਟ੍ਰੇਨ ਐਟ 6:20 ਇਨ ਦਾ ਮੋਰਨਿੰਗ। ਅਤੇ ਉਹ ਟ੍ਰੇਨ ਬੋਰਡ ਕਰਨੀ ਸੀ। ਇਟ ਵਾਜ਼ ਮਾਈ ਫੋਲਟ ਕਿ ਆਈ ਜਸਟ ਗੋਨ ਅਬਵ ਦਾ ਯੈਲੋ ਲਾਈਨ। ਸੋ ਉਸ ਕਰਕੇ ਮੈਂ ਵੈਕਿਊਮ 'ਚ ਆ ਕੇ ਅਤੇ ਉੱਥੇ ਉਹਦੇ ਵਿੱਚ ਫਸ ਗਿਆ। ਦੋਨੇ ਲੈਗਸ ਮੇਰੀਆਂ ਕੰਪਿਊਟ ਹੋ ਗਈਆਂ। 40 ਯਾਰਡ ਤੱਕ ਮੈਂ ਡਰੈਗ ਹੁੰਦਾ ਚਲਾ ਗਿਆ ਟ੍ਰੇਨ ਦੇ ਨਾਲ, ਔਰ ਇਹ ਲਿਪਸ ਟੁੱਟ ਗਈਆਂ, ਇਹ ਜਾਹ ਮੇਰਾ ਦੁਬਾਰਾ ਲਾਇਆ, ਇਹ ਅੱਖ ਮੇਰੀ ਦੁਬਾਰਾ ਬਣਾਈ, ਔਰ ਮਤਲਬ ਬਹੁਤ ਜ਼ਿਆਦਾ ਹੈਡ ਇੰਜਰੀ ਸੀ। ਆਈ ਰਿਮੇਨਡ ਇਨ ਕੋਮਾ ਫॉर ਸੋ ਮੈਨੀ ਡੇਜ਼। ਉਹ ਕੋਮਾ ਤੋਂ ਜਦੋਂ ਮੈਂ ਹੋਸ਼ 'ਚ ਆਇਆ ਅਤੇ ਮੈਨੂੰ ਵੀ ਐਵੇਂ ਲੱਗਦਾ ਸੀਗਾ ਕਿ ਮੇਰੀ ਲਾਈਫ ਸ਼ਾਇਦ ਨਾ ਬਚੇ। ਐਵੇਂ ਦਾ ਸਾਰੇ ਹੀ ਕਹਿੰਦੇ ਸੀ ਮੈਨੂੰ, ਬਟ ਗੋਡ ਸੇਕ, ਆਲਮਾਈਟੀ ਸੇਕ ਮੈਂ ਬਚ ਗਿਆ ਅਤੇ ਅੱਜ ਤੁਹਾਡੇ ਸਾਹਮਣੇ ਬੈਠਾ। ਪਰ ਚੇਂਜ ਜਿਹੜੀ ਤੁਸੀਂ ਪੁੱਛ ਰਹੇ ਹੋ, ਚੇਂਜ ਬਹੁਤ ਡਰਾਸਟਿਕ ਚੇਂਜ ਮੈਂ ਆਪਣੇ ਆਪ ਫੀਲ ਕਰਦਾ ਕਿ ਆਈ ਵਾਜ਼ ਅ ਰੀਅਲ ਪੁਲਿਸਮੈਨ ਹੈ ਹੇਅਰ। ਐਂਡ ਉਸ ਤੋਂ ਬਾਅਦ ਮੇਰਾ ਜੀਣ ਨੂੰ ਦਿਲ ਨਹੀਂ ਕੀਤਾ, ਜਾਂ ਮੈਂ ਕਹਿ ਲਓ ਕਿ ਬਹੁਤ ਫਰਸਟ੍ਰੇਸ਼ਨ 'ਚ ਸੀਗਾ। ਅਤੇ ਬ੍ਰਦਰ ਨੇ ਆ ਕੇ ਫਿਰ ਤੋਂ, ਕਿਉਂਕਿ ਮੇਰੇ ਫਾਦਰ ਸਾਹਿਬ ਦੀ ਬਚਪਨ 'ਚ ਮੇਰੀ ਡੈਥ ਹੋ ਗਈ ਸੀ, ਅਤੇ ਉਹਨਾਂ ਨੇ ਸਾਨੂੰ ਪੜ੍ਹਾਇਆ ਪਾਲਿਆ, ਅਤੇ ਉਹਨਾਂ ਨੇ ਆ ਕੇ ਫਿਰ ਮੈਨੂੰ ਬੂਸਟ ਅਪ ਦਿੱਤਾ, ਮੋਟੀਵੇਟ ਕੀਤਾ। ਉਹਨਾਂ ਨੇ ਫਿਰ ਸਕੂਲਾਂ 'ਚ ਮੈਨੂੰ ਲਿਜਾਣਾ ਸ਼ੁਰੂ ਕੀਤਾ ਜਿੱਥੋਂ ਅਸੀਂ ਪੜ੍ਹ ਕੇ ਆਏ ਸੀ। ਅਤੇ ਇਸ ਹਾਦਸੇ ਨੇ ਇੱਕ ਤਰ੍ਹਾਂ ਦਾ ਮੈਨੂੰ, ਮੇਰਾ ਥੋਟ ਜਾਂ ਮੇਰਾ ਸਾਈਕੋਲੋਜੀਕਲ ਜਿਹੜਾ ਕਹਿ ਲਓ ਇੱਕ कंस्ट्रक्शन है लाइफ की, दैट टोटली चेंज्ड मी। उसके बाद ये कहीं ना कहीं आप समाज सेवा करने लगे, आप सोशलॉजी करने लगे, तो उसके बाद आपने जो गवर्नमेंट के बच्चे हैं, जो गरीब बच्चे हैं, उनको ही क्यों चुना? मतलब उनकी सेवा करने के लिए या उनको आगे पढ़ाने के लिए? ਉਹ ਇਸ ਤਰ੍ਹਾਂ ਜੀ, ਮੈਂ ਖੁਦ ਗਵਰਨਮੈਂਟ ਸਕੂਲ ਦਾ, ਅਸੀਂ ਸਾਰੇ ਤਿੰਨੇ ਹੀ ਭਰਾ ਸੀ ਗਵਰਨਮੈਂਟ ਸਕੂਲ 'ਚ ਪੜ੍ਹੇ ਹੋਏ। ਗਵਰਨਮੈਂਟ ਸਕੂਲ ਦਾ ਇਹੀ ਸਾਡਾ ਕਲਚਰ ਸੀਗਾ। ਉਹਨਾਂ ਦਿਨਾਂ 'ਚ ਤਾਂ ਪ੍ਰਾਈਵੇਟ ਸਕੂਲ ਬਹੁਤ ਸੀਗੇ, ਵੀ ਘੱਟ, ਬਟ ਅਸੀਂ ਸ਼ੁਰੂ ਵੀ ਬ੍ਰਦਰ ਨੇ ਮੈਨੂੰ ਉੱਥੋਂ ਹੀ ਕਰਾਇਆ। ਜਿਹੜਾ ਮੇਰਾ ਸਕੂਲ ਸੀਗਾ ਜਿੱਥੇ ਮੈਂ 5ਵੀਂ ਤੱਕ ਪੜ੍ਹਿਆ, ਉੱਥੇ ਜਦੋਂ ਅਸੀਂ ਗਏ ਅਤੇ ਮੈਨੂੰ ਅਤੇ ਮੇਰੇ ਬ੍ਰਦਰ ਨੇ ਦੇਖਿਆ ਕਿ ਅਸੀਂ ਖੁਦ ਨੰਗੇ ਪੈਰੀ ਪੜ੍ਹਨ ਜਾਂਦੇ ਸੀਗੇ। ਅਤੇ ਉੱਥੇ ਉਸ ਦਿਨ ਵੀ, ਜਿਸ ਦਿਨ ਅਸੀਂ ਗਏ, ਇਹ 2001 ਦੀ ਗੱਲ ਹੈ, 2001 'ਚ ਵੀ ਉਹ ਬੱਚੇ ਕਈ ਨੰਗੇ ਪੈਰੀ ਪੜ੍ਹਨ ਆਏ ਹੋਏ ਸੀ। ਅਤੇ ਫਿਰ ਅਸੀਂ 4 ਸਕੂਲਾਂ ਦੇ ਵਿੱਚ ਕਾਊਂਟਿੰਗ ਕਰਕੇ ਪੂਰੀ, ਅਤੇ ਉਹਨਾਂ ਨੂੰ ਸ਼ੂਜ਼ ਦਿੱਤੇ, ਉਹਨਾਂ ਨੂੰ ਨੋਟਬੁੱਕਸ, ਪੈਨ, ਪੈਨਸਲ, ਜੋ ਉਹਨਾਂ ਦੀ ਰਿਕੁਆਇਰਮੈਂਟ ਸੀ। ਅਤੇ ਮੈਨੂੰ ਸਪੈਸ਼ਲੀ ਇੱਦਾਂ ਦੀ ਫੀਲਿੰਗ ਆਈ ਕਿ ਇੱਥੇ ਬਹੁਤ ਸਾਰੇ ਰਾਮ ਦਿਆਲ ਹਾਲੇ ਵੀ ਹੈਗੇ ਆ, ਇੱਥੇ ਬਹੁਤ ਸਾਰੇ ਮੋਹਨ ਲਾਲ, ਮੇਰੇ ਵੱਡੇ ਬ੍ਰਦਰ ਨਾਲ ਮੋਹਨ ਲਾਲ, ਉਹਨਾਂ ਇੱਦਾਂ ਦੇ ਲੋਕ, ਇੱਦਾਂ ਦੇ ਬੱਚੇ, ਇੱਦਾਂ ਦੀਆਂ ਰੂਹਾਂ ਹਾਲੇ ਵੀ ਪਈਆਂ। ਉਹ ਫਿਰ ਇੱਕ ਤਰ੍ਹਾਂ ਦੀ ਬਹੁਤ ਸਿਮਿਲਰਿਟੀ, ਅਟੈਚਮੈਂਟ ਫੀਲ ਹੋਈ, ਕਿ ਉਸ ਫੀਲਿੰਗ ਦੇ ਕਰਕੇ ਅਸੀਂ ਫਿਰ ਕਰਦੇ ਉਹਨਾਂ ਨੂੰ ਵਰਦੀਆਂ ਦੇਣ ਲੱਗ ਗਏ। ਵਰਦੀਆਂ ਦੇਣ ਤੋਂ ਬਾਅਦ ਉਹਨਾਂ ਨੂੰ ਸਾਲ ਦੀ ਸਟੇਸ਼ਨਰੀ, ਉਸ ਦੇ ਨਾਲ ਉਹਨਾਂ ਦੇ ਛੋਟੇ ਮੁਕਾਬਲੇ ਕਰਾਉਣੇ, ਜਿਵੇਂ ਭਾਸ਼ਣ ਮੁਕਾਬਲੇ ਹੋ ਗਏ, ਉਹਨਾਂ ਦਾ ਕੁਇਜ਼ ਕੰਟੈਸਟ ਕਰਾਉਣੇ। ਉਹਦੇ ਨਾਲ ਅਸੀਂ ਫਿਰ ਸ਼ੁਰੂ ਕੀਤਾ ਕਿ ਉਹਨਾਂ ਨੂੰ ਟੂਰ ਲਾਇਆ ਜਾਵੇ, ਉਹਨਾਂ ਨੂੰ ਐਜੂਕੇਸ਼ਨ ਪੁਆਇੰਟ ਆਫ ਵਿਊ ਨਾਲ ਉਹਨਾਂ ਨੂੰ ਸਿਖਾਇਆ ਜਾਵੇ ਕਿ ਇੰਡੀਅਨ ਡੈਮੋਕ੍ਰੇਸੀ ਜਿਹੜੀ ਹੈਗੀ ਆ ਸਾਡੀ, ਉਹ ਕਿਵੇਂ ਕੰਮ ਕਰਦੀ ਆ, ਕੌਣ ਕਿਹੜੇ ਪਿਲਰ ਨੇ ਉਹਨਾਂ ਨਾਲ। ਜਿਵੇਂ ਅਸੀਂ ਹਾਈ ਕੋਰਟ ਲੈ ਕੇ ਆਉਂਦੇ ਸੀ ਉਹਨਾਂ ਨੂੰ, ਐਵੇਂ ਹੌਲੀ ਕਰਕੇ ਉਹ ਸਕੂਲਾਂ 'ਚੋਂ ਹੀ ਅਸੀਂ ਬੱਚੇ ਲਏ, ਜਿਨ੍ਹਾਂ ਸਕੂਲਾਂ 'ਚ ਅਸੀਂ ਪੜ੍ਹਦੇ ਸੀ, ਜਿਨ੍ਹਾਂ ਸਕੂਲਾਂ 'ਚ ਮੋਟੀਵੇਸ਼ਨ ਦੀ ਬਹੁਤ ਕਮੀ ਹੈ। ਫਿਰ ਕਰਦੇ ਅਸੀਂ 2-4 ਸਾਲ 'ਚ ਇਹ ਜਿਹੜਾ ਜਾਣਿਆ, ਜਾਂ ਕਹਿ ਲਓ ਸਾਨੂੰ ਨੌਲੇਜ ਆਇਆ ਕਿ ਇੱਥੇ ਤਾਂ ਡਰੋਪ ਆਊਟ ਰੇਟ ਬਹੁਤ ਜ਼ਿਆਦਾ ਹੈ। ਪਰ ਸਾਰੇ ਦਾ ਸਾਰਾ ਸਾਡਾ ਕੰਸੈਂਟਰੇਸ਼ਨ ਗਵਰਨਮੈਂਟ ਸਕੂਲਾਂ ਤੱਕ ਰਿਹਾ, ਗਵਰਨਮੈਂਟ ਸਕੂਲ ਸਟੂਡੈਂਟ ਤੱਕ ਰਿਹਾ। ਅੱਜ ਵੀ ਉਹਨਾਂ ਨੂੰ ਹੀ ਅਸੀਂ ਸਪੋਰਟ ਕਰਦੇ ਹਾਂ। ਉਹਦਾ ਬੇਸਿਕ ਕਾਰਨ ਇਹੀ ਹੈ ਕਿ ਅਸੀਂ ਖੁਦ ਗਵਰਨਮੈਂਟ ਸਕੂਲਾਂ ਦੇ ਪੜ੍ਹੇ ਹੋਏ ਹਾਂ। ਪ੍ਰਾਈਵੇਟ ਸਕੂਲ ਜਿਹੜਾ ਬੱਚਾ ਜਾਂਦਾ ਹੈ, ਉਹਦੇ ਕੋਲੇ ਤਾਂ ਰਿਸੋਰਸਿਸ ਵੀ ਹੁੰਦੇ ਆ, ਜਦ ਦੇ ਪੇਰੈਂਟਸ ਅਫੋਰਡ ਕਰ ਸਕਦੇ ਆ, ਜਿਹੜੇ ਉਹਨੂੰ ਉਸ ਸਕੂਲ 'ਚ ਭੇਜਦੇ ਆ। ਗਵਰਨਮੈਂਟ ਸਕੂਲਾਂ ਦੇ ਵਿੱਚ ਮੋਸਟਲੀ ਹਰ ਧਰਮ ਦੇ, ਹਰ ਜਾਤ ਦੇ, ਹਰ ਸ਼੍ਰੇਣੀ ਤੋਂ ਬੱਚੇ ਆਉਂਦੇ ਨੇ, पर वो गरीब घरां दे बच्चे, इस करके सीट है। सोशल वर्क करते हैं, एजुकेशनल टूर, क्या आपको लगता है कि इसके अलावा भी कुछ रहता है जो आपको करना है उन बच्चों के लिए? हाँ, ये तो बहुत कुछ इदां दा है जिहड़ा सोच सकते हैं, करन लई कर सकते हैं। पर ਇਹਦਾ ਨਾਂ ਨਾ ਮੈਂ 2001 'ਚ ਜਦੋਂ ਮੈਂ ਇਹ ਚੱਲਣਾ ਸਿੱਖ ਰਿਹਾ ਸੀਗਾ, ਡਿਸੇਬਿਲਿਟੀ ਤੋਂ ਬਾਅਦ ਆਰਟੀਫਿਸ਼ੀਅਲ ਲਿੰਬਸ ਲਗਾ ਕੇ ਦੋਨੇ ਸਾਈਡ 'ਤੇ,
ਤੇ ਉਦੋਂ ਮੈਂ ਇਹਦਾ ਕੰਪਿਊਟਰ ਤੇ ਕਰਦੇ ਸਿੱਖਦੇ ਮੈਂ ਇਹਦਾ ਨਾਂ ਅਵੇਅਰਨੈਸ ਮਿਸ਼ਨ ਰੱਖਿਆ ਸੀ। ਹੁਣ ਆ ਕੇ ਇਹ ਅਵੇਅਰਨੈਸ ਮਿਸ਼ਨ ਜਿਹੜਾ ਨਾਮ ਹੈਗਾ ਮਿਸ਼ਨ ਮੈਂ ਯੂਨਾਈਟਿਡ ਨੇਸ਼ਨ ਤੋਂ ਲਿਆ, ਬਟ ਇਹ ਜਿਹੜਾ ਅਵੇਅਰਨੈਸ ਸੀਗਾ ਇਹ ਇਨਰ ਅਵੇਅਰਨੈਸ ਦੀ ਤਰਫ ਜਾਣ ਲੱਗਿਆ। ਹੁਣ ਇਨਰ ਅਵੇਅਰਨੈਸ ਦਾ ਮੇਰਾ ਮਤਲਬ ਇਹ ਆ ਕਿ ਸਾਨੂੰ ਦੋ ਹੀ ਚੀਜ਼ਾਂ ਮਿਲੀਆਂ, ਮਾਈਂਡ ਐਂਡ ਬੋਡੀ। ਤੇ ਮਾਈਂਡ ਇਜ਼ ਦਾ ਪਾਵਰਫੁਲ ਥਿੰਗ, ਮਾਈਂਡ ਇਜ਼ ਦਾ ਪਾਵਰ, ਯੂ ਨੋ। ਇਨਰ ਅਵੇਅਰਨੈਸ ਵੱਲ ਜ਼ਿਆਦਾ ਜਾਣ ਲੱਗੀ ਆ ਗੱਲ, ਬਟ ਇੱਦਾਂ ਨਹੀਂ ਹੈਗਾ ਕਿ ਮੈਂ ਕੋਈ ਇਹਨਾਂ ਦੇ ਮੇਰੇ ਜ਼ਿਆਦਾ ਪਲਾਨ ਹੈਗੇ ਆ ਕਿ ਜਿਹੜੇ ਮੈਂ ਇਹ ਵੀ ਕਰਨਾ ਚਾਹੁੰਦਾ ਉਹ ਵੀ ਕਰਨਾ ਚਾਹੁੰਦਾ। ਪਰ ਇਹ ਹੁਣ ਤਸੱਲੀ ਜੀ ਹੋ ਰਹੀ ਆ ਮਨ ਨੂੰ ਕਿ ਜੋ ਵੀ ਹੋਣਾ ਹੈ, ਜੋ ਵੀ ਕਰਨਾ ਹੈ, ਜੋ ਵੀ ਪਹਿਲਾਂ ਅਸੀਂ ਕਰ ਰਹੇ ਹਾਂ ਉਹਨੂੰ ਮੇਨਟੇਨ ਕਰੀਏ, ਹੋਰ ਵਧੀਆ ਕਰੀਏ। ਪਲੱਸ ਇੱਦਾਂ ਦੀਆਂ ਕਰਦੇ ਕਿਤਾਬਾਂ ਪੜ੍ਹੀ ਦੀਆਂ, ਜਿਵੇਂ ਮੈਂ ਹੁਣੇ ਥੋੜ੍ਹੇ ਸਾਲ ਪਹਿਲਾਂ ਆਟੋਗ੍ਰਾਫ ਪੜ੍ਹੀ ਹੈ ਸ਼ਹੀਦ ਊਧਮ ਸਿੰਘ ਦੀ। ਉਹਨਾਂ ਦੀ ਆਟੋਗ੍ਰਾਫੀ ਦੇ ਵਿੱਚ ਇੱਕ ਬੜਾ ਮੈਨੂੰ ਮਤਲਬ ਕਿ ਟੌਪਿਕ ਬੜਾ ਉਹਨੇ ਮੈਨੂੰ ਘਰ ਗਿਆ ਮੇਰੇ ਅੰਦਰ, ਕਿ ਉਹਨੇ ਲਿਖਿਆ ਕਿ ਵਨ ਸ਼ੁੱਡ ਮਸਟ ਲਰਨ ਐਂਡ ਪਲਾਨ ਹਾਊ ਟੂ ਡਾਈ। ਬਾਬਾ ਨਾਨਕ ਲਿਖਦੇ ਆ ਕਿ ਬੰਦੇ ਨੂੰ ਯਾਦ ਰੱਖਣੀ ਚਾਹੀਦੀ ਆਪਣੀ ਮੌਤ, ਠੀਕ ਹੈ ਨਹੀਂ, ਮੌਤ ਦੇ ਬਾਰੇ ਗੱਲ ਕਰਨੀ ਚਾਹੀਦੀ ਆ। ਬਾਬਾ ਨਾਨਕ ਦੀ ਬਾਣੀ 'ਚ ਇਹ ਗੱਲ ਲਿਖੀ ਹੋਈ ਆ ਕਿ ਮੌਤ ਨੂੰ ਭੁੱਲਣਾ ਨਹੀਂ ਚਾਹੀਦਾ, ਠੀਕ ਹੈ। ਇਹ ਤ੍ਰਿਸ਼ਨਾ ਵੱਡਾ ਰੋਗ ਲਾਗਾ, ਮਰਨਾ ਮਨੋਂ ਵਿਸਾਰਿਆ। ਬਟ ਉੱਥੇ ਮੈਂ ਇੱਕ ਹੋਰ ਹੀ ਟੌਪਿਕ ਉਹਦੀ ਇਸ ਲਾਈਨ 'ਚ ਪੜ੍ਹਿਆ ਸ਼ਹੀਦ ਊਧਮ ਸਿੰਘ ਤੇ, ਕਿ ਵਨ ਸ਼ੁੱਡ ਮਸਟ ਲਰਨ ਅਬਾਊਟ ਦਾ ਡੈਥ ਐਂਡ ਪਲਾਨ ਹਾਊ ਟੂ ਡਾਈ। ਬੰਦੇ ਨੇ ਹਰ ਇੱਕ ਨੇ ਮਰ ਜਾਣਾ ਤੇ ਉਹਨੂੰ ਪਲਾਨ ਕਰਨਾ ਚਾਹੀਦਾ ਕਿ ਮਰਨਾ ਕਿਵੇਂ ਹੈ। ਹਰ ਇੱਕ ਬੰਦਾ ਜਿੱਦਾਂ ਇਵੇਂ ਦੀ ਸੋਚ 'ਚ ਪੈ ਜਾਏ, ਉਹ ਕੁਛ ਨਾ ਕੁਛ ਆਪਣੀ ਮੌਤ ਨੂੰ, ਆਪਣੇ ਉਸ ਪਰਟੀਕੂਲਰ ਜਿਹੜਾ ਅਲਟੀਮੇਟ ਐਂਡ ਹੈ ਉਹਨੂੰ ਵੀ ਅਗਰ ਯੂਜ਼ ਕਰਨਾ ਸ਼ੁਰੂ ਕਰਦਾ ਹੈ ਤਾਂ ਐਵੇਂ ਦਾ ਮੇਰੇ ਮਨ 'ਚ ਇੱਕ ਗੱਲ ਜੀ ਜ਼ਰੂਰ ਚੱਲ ਰਹੀ ਆ। ਇਨਰ ਸੈਂਸ ਤੋਂ ਹੀ ਆਈ ਆ ਇਹ, ਇਨਰ ਅਵੇਅਰਨੈਸ ਤੋਂ ਹੀ ਆਈ ਆ ਇਹ, ਕਿ ਮਰ ਤਾਂ ਜਾਣਾ ਹੀ ਆ ਰਾਮਦਿਆਲ ਤੋਂ। ਤੇ ਇਹਦੇ ਲਈ ਕਿਉਂ ਨਾ ਕਿ ਕਿਸੇ ਕਾਊਜ਼ ਲਈ, ਕਿਸੇ ਕੰਸਰਨ ਲਈ, ਕਿਸੇ ਸਿਸਟਮ ਲਈ ਜਿਹਦੇ ਵਿੱਚ ਸਿਸਟਮ ਉਹਨੂੰ ਬੂਸਟ ਅਪ ਮਿਲੇ, ਉਹ ਸਿਸਟਮ ਹੋਰ ਵਧੀਆ ਹੋ ਜਾਏ, ਉਹ ਗੱਲ ਹੋਰ ਵਧੀਆ ਹੋ ਜਾਏ, ਇੱਦਾਂ ਦੇ ਖਿਆਲ ਜਿਹਾ। ਬਾਕੀ ਮੇਰੇ ਕੋਈ ਐਡੇ ਵੱਡੇ ਪਲਾਨ ਨਹੀਂ ਹੈਗੇ ਕਿ ਮੈਂ ਉਹ ਕਰ ਦਾਂਗਾ, ਐਂ ਕਰ ਦਾਂਗਾ। ਸਮਾਜ ਸੇਵਾ ਵੀ ਮੈਂ ਆਪਣੇ ਆਪ ਨੂੰ ਕਹਿਣਾ ਨਹੀਂ ਚਾਹੁੰਦਾ, ਕਿਉਂਕਿ ਆਈ ਐਮ ਪੁਲਿਸ ਮੈਨ, ਆਈ ਐਮ ਡੂਇੰਗ ਮਾਈ ਡਿਊਟੀ ਆਲਸੋ। ਐਂਡ ਇਹਦੇ ਵਿੱਚ ਇੰਨਾ ਕੁ ਜ਼ਰੂਰ ਹੈ ਕਿ ਜਿੰਨਾ ਕੁ ਮੇਰੇ ਤੋਂ, ਮੇਰੇ ਭਰਾਵਾਂ ਤੋਂ ਜਾਂ ਸਾਡੇ ਦੋਸਤ ਨੇ, ਉਹਨਾਂ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਤੁਸੀਂ ਸਾਨੂੰ ਸਮਾਨ ਲੈ ਦਿਓ। ਜਿੱਦਾਂ ਹੁਣ ਸਾਨੂੰ ਬੁੱਕਸ ਚਾਹੀਦੀਆਂ, ਅਸੀਂ ਨਵੋਦਿਆ ਸਕੂਲਾਂ ਲਈ ਕੋਚਿੰਗ ਦਿੰਦੇ ਹਾਂ। ਇਸ ਵੇਲੇ ਸਾਡੇ ਕੋਲੇ 32 ਸੈਂਟਰ ਚੱਲਦੇ ਆ, 4 ਡਿਸਟ੍ਰਿਕਟ ਦੇ ਵਿੱਚ 1600 ਬੱਚਾ ਪੜ੍ਹ ਰਿਹਾ। ਇੱਕ ਬੱਚਾ ਵੀ ਪਾਸ ਹੋ ਜਾਂਦਾ ਹੈ ਤੇ ਉਹਨੂੰ 7 ਲੱਖ ਰੁਪਏ ਦਾ ਫਾਇਦਾ ਹੋਣਾ। ਪਰ ਅਸੀਂ ਚਾਹੁੰਦੇ ਹਾਂ ਕਿ ਇਹ 320 ਬੱਚੇ ਟੋਟਲ ਪਾਸ ਹੋਣੇ ਆ 4 ਡਿਸਟ੍ਰਿਕਾਂ 'ਚ। 320 ਬੱਚਿਆਂ 'ਚ ਘੱਟੋ ਘੱਟ ਨਹੀਂ ਤੇ 200 ਬੱਚਾ ਸਾਡਾ ਹੋਵੇ, ਇੱਦਾਂ ਦਾ ਸਾਡਾ ਪਲਾਨ ਹੈ। ਉਹਨਾਂ ਲਈ ਅਸੀਂ ਬੁੱਕਸ ਦਿੰਦੇ ਹਾਂ, ਨੋਟਬੁੱਕਸ ਦਿੰਦੇ ਹਾਂ, ਪੈਨ ਪੈਨਸਲਾਂ, ਟੀਚਰ ਰੱਖੇ ਹੋਏ ਆ। ਉਹ ਸਾਰੇ ਦਾ ਸਾਰਾ ਅਸੀਂ ਆਪਣੇ ਦੋਸਤਾਂ 'ਚ ਸ਼ੇਅਰ ਕਰਦੇ ਹਾਂ ਕਿ ਜੇ ਕਿਸੇ ਕੋਲੇ ਫੰਡ ਹੈਗਾ, ਉਹ ਕਿਤਾਬਾਂ ਸਾਨੂੰ MBD ਵਾਲਿਆਂ ਤੋਂ ਕਿਤਾਬ ਲੈਂਦੇ ਆ, ਜਲੰਧਰ ਤੋਂ। ਉਹ ਸਾਨੂੰ ਮੇਰੇ ਦੋਸਤ ਹੈਗੇ ਨੇ ਇੱਥੇ 40 ਸੈਕਟਰ ਦੇ ਨੇ, ਉਹਨਾਂ ਨੇ ਮੈਨੂੰ ਕਿਤਾਬਾਂ ਲਈ ਥੋੜ੍ਹਾ ਸਪੋਰਟ ਕੀਤਾ। ਫਿਰ ਉਹਨਾਂ ਨੇ ਅੱਗੇ ਆਪਣੇ ਦੋਸਤ ਨੂੰ ਮੋਟੀਵੇਟ ਕੀਤਾ ਤੇ ਐਵੇਂ ਹੀ ਜਿਹੜਾ ਹੈਗਾ ਉਹ ਸਵੀਟੀ ਦਾ ਅੱਗੇ ਦੋਸਤ ਹੈਗਾ, ਉਹ ਸਾਡੇ ਹੁਸ਼ਿਆਰਪੁਰ ਦੇ ਨਾਲ ਹੀ ਡਿਸਟ੍ਰਿਕਟ ਹੈਗਾ ਕਪੂਰਥਲਾ, ਉਹ ਦੋਨਾਂ ਨੇ ਮਿਲ ਕੇ ਸਾਨੂੰ ਕਿਤਾਬਾਂ 'ਚ ਸ਼ੇਅਰ ਕੀਤਾ। ਫਿਰ ਹੋਰ ਬ੍ਰਦਰ ਨੇ ਜਿੰਨਾ ਸਾਡੇ ਕੋਲੇ ਫੰਡ ਹੈਗਾ, ਐਵੇਂ ਅਸੀਂ ਚੀਜ਼ਾਂ ਸ਼ੇਅਰ ਕਰ ਲੈਂਦੇ। ਅਸੀਂ ਪੈਸੇ ਦੇ ਚੱਕਰ 'ਚ ਨਾ ਪੈ ਕੇ ਅਸੀਂ ਚੀਜ਼ਾਂ ਲੈ ਲੈਂਦੇ ਹਾਂ। ਉਹ ਫਿਰ ਅੱਗੇ ਬੱਚਿਆਂ ਨੂੰ ਜੋ ਵੀ ਰਿਕੁਆਇਰਮੈਂਟ ਹੁੰਦੀ ਹੈ ਉਵੇਂ ਦੇ ਦਿੰਦੇ ਹਾਂ ਤੇ ਉਹ ਰਿਕੁਆਇਰਮੈਂਟ पूरी ਹੁੰਦੀ जितने प्रोग्राम आगे निकलते जाते हैं वो असीं करते जाना। सर बात करें अगर रिटायरमेंट की तो उसमें अभी काफ़ी समय है, पर फिर भी आपके क्या प्लान है आप रिटायरमेंट्स को लेकर? रिटायरमेंट का मेरा बेसिकली इतना लंबा प्लानिंग कोई है नहीं, तो मैं तो आजकल मैं जीने वाला बंदा हूँ। और ऐसा भी कुछ नहीं है कि मैं, जैसे आप पूछ रहे थे पहले कि पॉलिटिक्स में भी नहीं जाऊँगा, ना ही मेरा ऐसा कोई लाइफ की सिचुएशन है कि मैं पॉलिटिक्स करूं। एक डिसेबल बंदा क्या इतना घूम फिर सकता नहीं है। सो मेरे कोई लंबे चौड़े प्लान है नहीं, लेकिन एक ज़रूर है कि आई एम जस्ट प्रिपेयरिंग फॉर कि ये जो ज़िंदगी है ये किस काम के लिए काम आ सकती है। वो कॉज
वो कंसर्न, वो वजह ढूंढने का मेरा ज़रूर मन है। एज आई रेड इन द बुक ऑफ शहीद उधम सिंह कि वन शुड मस्ट लर्न एंड प्लान हाउ टू डाई। सो उस बात पे ज़रूर मैं कंसंट्रेट करने की, जहाँ कह लो एक झील सी छोटी छोटी कंस्ट्रक्शन ऑफ माइंड अभी बन रहा है। सो दैट्स इट कि मैं यही करना चाहता हूँ कि किस कंसर्न के लिए जिया जा सकता है, किस कंसर्न के लिए ज़िंदगी दी जा सकती है। तो कहते हैं जब आप कुछ अच्छा काम करते हो तो जो परिवार होता है उसका सपोर्ट बहुत ज़रूरी होता है। आपके भाइयों का साथ आपको मिला, आपके दोस्तों का, आपके कोलीग्स का, पर बात करें आपकी फैमिली की, आपके बच्चों की, तो क्या वो भी आपके साथ हर फंक्शन आपके साथ जाते हैं? बिल्कुल बिल्कुल, बच्चे तो स्पेशली ये हमारे वॉलंटियर्स हैं, और मेरे बच्चों के अलावा जो बच्चे हम एंजल हैं हमारे पास, वो भी हम उनको ही रिक्रूट करते हैं, और जो भी फंक्शन करते हैं वो सारा सर्व वही करते हैं। जैसे बच्चों की, क्योंकि बड़े हो गए हैं, वो कोई ग्रेजुएशन कर रहा है, कोई पोस्ट ग्रेजुएशन कर रहा है, जो हमारे एंजल्स हैं, जो हमारे पक्के तौर पे जिनका सपोर्ट करते हैं, तो उनसे ही हम काम लेते हैं। मेरे बच्चे बिल्कुल साथ, फैमिली बिल्कुल साथ है। इस वजह से ही चल पाता हूँ, क्योंकि डिसेबल बंदा हूँ, बहुत हर जगह ज़रूरत पड़ती है हेल्प की। सो ऑल आर हेल्पिंग। सर आप इतने टाइम से सोशल वर्क कर रहे हैं, कितने बच्चों को आपने पढ़ाया है, तो हर एक मोमेंट होता है ना कि जब जिनको आपने साथ दिया, एक मोमेंट पे आकर वो थैंक यू कहने का एक मौका जब उनको मिलता है, तो वो किसी न किसी से आपको थैंक यू कहते हैं। तो कब एक वो मौका आपका ज़िंदगी का वाव मोमेंट था जब किसी ने आपको थैंक यू ना बोला हो, वो कुछ ऐसा कहा हो कि आपको लगा हो कि हाँ अब तक मैंने जो किया मैं सफल रहा? बिल्कुल, बहुत सारे बच्चे मेरे जो हैं वो अब जो नवोदया में सिलेक्ट हुए थे 2007 में, 8 में, 10 में, वो अब ग्रेजुएशन करके मेरे पास ही पढ़ा रहे हैं। उन बच्चों को ही दोबारा तैयार कर रहे हैं जैसे वो तैयार करे थे मैंने। सो उनको देख के बहुत अच्छा लगता है। इस बार जो मेरे साथ एक स्पेशल वाव वाला मोमेंट जो आप पूछ रहे हैं वो हुआ है कि मैं जब तैयारी कर रहा था ये मिशन पैट्रियट का, भगत सिंह के गांव लेके जाना था बच्चों को, 500 बच्चों को, तो गांव में जब स्कूलों में घूम रहा था तो मेरा एक एंजल है लड़का, वो 10th से मेरे पास पढ़ रहा है, अब वो ग्रेजुएशन कंप्लीट हो गई है उसकी। सो उसको मैंने पूछा यार कि अवतार ये जो गांव में ना पखे वगैरह ढूंढ रहे हैं हमने, क्योंकि जो अगर हम इलेक्ट्रिक फ़ैन चलाते हैं तो वो आवाज़ बड़े करते हैं, तो डेक्लामेशन कॉन्टेस्ट में हमारा प्रॉब्लम आती है। सो उसने वो काम तो किया, उसने मेरे को फ़ोन पे ये आंसर करते करते ये कहा कि सर मेरे को मेरा स्कॉलरशिप मिला और स्कॉलरशिप में मुझे 60,000 रुपया मिला है, मेरे से अगर पैसे चाहिए तो ले लो। पैसे तो मैंने क्या लेने थे उससे, लेकिन इस उसकी बात ने, इस उसकी एक साउंड ने मेरे कान पे, मतलब मेरे मन में एकदम स्टन कर दिया मुझे, और मैं कुछ देर के लिए बिल्कुल शांत हो के, बिल्कुल मतलब ऐसा लगा मुझे कि वाह, जी तो वो लड़का है, जी तो वो आत्मा बोल रही है, जी तो वो कंस्ट्रक्शन ऑफ लाइफ हो गई है कि जो मेरे से भी बड़ा है। तो मैंने उसको उस फंक्शन का, शहीद भगत सिंह के गांव में जो हमने 500 बच्चों का डेक्लामेशन कॉन्टेस्ट कराया और क्विज़ कॉन्टेस्ट कराया, एक उनका स्पोर्ट्स इवेंट कराया, ये तीनों इवेंट के जो हमारे पास विनर्स थे उसको चीफ गेस्ट बना के उस चीफ गेस्ट ने वो प्राइज डिस्ट्रीब्यूशन फंक्शन करा। सो फर्स्ट टाइम आई फील वाओ, समथिंग इज़ हैपनिंग देयर। और इतना बड़ा माइंड हो गया है उस बच्चे का, वो मेरे से भी बड़ा सोचने लगा है। जो बच्चा अपना स्कॉलरशिप ऑफर कर रहा है, सोच रहा है, बोल रहा है, दे रहा है, ये बात लेने देने की नहीं है, बात ये है कि उसका मन कितना बड़ा है मेरे से। और सभी से मैंने वहाँ पे अनाउंसमेंट करी, शहीद भगत सिंह के गांव में बैठे थे जब ये अनाउंसमेंट करी, और सभी ने उसके बारे में कुछ ना कुछ लिखा, क्योंकि हम फीडबैक लेते हैं बच्चों से कि क्या सीखा है, आपके मन में क्या चल रहा है, आप ये फंक्शन के बाद क्या चेंज आई है आपके माइंडसेट में। सो ऐसे मोमेंट आते हैं जब तो रियली एक कह लो कि ज़िंदगी याद आती है, एक भगवान या ऑल माइटी का जो कल्चर है वो फीलिंग में आता है कि वाह कितना बड़ा कल्चर है उसका। सर थैंक यू सो मच हमारे स्टूडियो में आने के लिए, हमें अपना टाइम देने के लिए, जनता को ये सब बताने के लिए थैंक यू वेरी मच। ये थे हमारे साथ रामदयाल जी। अब मैं आपसे विदा लेती हूँ, उम्मीद करते हैं कि आपको हमारा एपिसोड पसंद आएगा। अगली बार हम आपके साथ एक नई कहानी, एक नए शख्स के साथ मिलेंगे। तब तक के लिए देखते रहिए चैनल 7।